ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ। ਵਾਹਿਗੁਰੂ 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 ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਗਿਆਨ ਧਿਆਨ ਕਿਛ ਕਰਮ ਨ ਜਾਣਾ ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦਾ ਸਾਹ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੈਸਾਹ। ਵਾਹਿਗੁਰੂ ਜੀ ਜਾ ਇਹੋ ਹਿਰਦਾ ਦੇਹ ਨ ਹੋਤੀ ਤਉ ਮਨ ਕੈਠੈ ਰਹਤਾ। ਨਾਭ ਕਮਲ ਅਸਤੰਭ ਨ ਹੋਤੋ ਤਾਂ ਪਵਨ ਕਵਨ ਘਰ ਸਹਿਤਾ। ਜਾ ਇਹੋ ਹਿਰਦਾ ਦੇਹ ਨ ਹੋਤੀ ਤਉ ਮਨ ਕੈਠੈ ਰਹਤਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਵਾਜ ਅੰਤਰਜਾਮੀ ਭਗਤ ਵਚਲ ਕਿਰਪਾ ਦੇ ਖਜ਼ਾਨੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ। 945 ਅੰਗ ਤੇ ਸਿੱਧ ਗੋਸ਼ਟ ਬਾਣੀ ਜੋ ਲੜੀਵਾਰ ਕਥਾ ਰਾਮ ਕਲੀ ਮਹੱਲਾ ਪਹਿਲਾ ਸਿੱਧ ਗੋਸ਼ਟ 65 ਸ਼ਲੋਕ ਅਥਵਾ 65 ਪੌੜੀਆਂ ਸ਼ਰਵਣ ਕਰ ਚੁੱਕੇ ਹਾਂ। ਹੁਣ ਤੱਕ ਸਿੱਧਾਂ ਦੇ ਨਾਲ ਚਰਚਾ ਹੋ ਰਹੀ ਹੈ। ਸਿੱਧਾਂ ਨੂੰ ਜਦੋਂ ਇੱਕ ਪ੍ਰਸ਼ਨ 2-4 ਪ੍ਰਸ਼ਨਾਂ ਦਾ ਉੱਤਰ ਸਹੀ ਮਿਲ ਜਾਂਦਾ ਹੈ, ਉਹ ਪ੍ਰਸ਼ਨ ਦੇ ਵਿੱਚੋਂ ਦੇਖੋ ਕਿਵੇਂ ਫੇਰ ਪ੍ਰਸ਼ਨ ਹੋਰ ਉਠਾ ਲੈਂਦੇ ਨੇ। ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਆਓ 66ਵੀਂ ਪੌੜੀ ਵਿੱਚ ਹੁਣ ਸਿੱਧਾਂ ਦੇ ਪ੍ਰਸ਼ਨ ਫੇਰ ਉਹਦਾ ਜਵਾਬ ਮਿਲੇਗਾ। ਬਖਸ਼ਿਸ਼ ਕਰਦੇ ਹਨ। ਜਾ ਇਹੋ ਹਿਰਦਾ ਦੇਹ ਨ ਹੋਤੀ ਤਉ ਮਨ ਕੈਠੈ ਰਹਤਾ। ਪਹਿਲਾਂ ਤੇ ਪੁੱਛਿਆ ਸੀ ਕਿ ਜਦੋਂ ਇਹੋ ਮਨ ਨਿਹਚਲ ਹਿਰਦਾ ਵਸੀਲੇ ਗੁਰਮੁਖ ਮੂਲ ਪਛਾਣ ਰਹੇ, ਤੇ ਹੁਣ ਉਸ ਤੋਂ ਵੀ ਅੱਗੇ ਦਾ ਪ੍ਰਸ਼ਨ ਕਰ ਦਿੱਤਾ ਹੈ। ਜਦੋਂ ਹਿਰਦਾ ਨਹੀਂ ਸੀ, ਚਲੋ ਪਹਿਲਾਂ ਤਾਂ ਹਿਰਦੇ ਵਿੱਚ ਰਹਿੰਦਾ ਸੀ ਇਹ ਮਨ। ਜਦੋਂ ਹਿਰਦਾ ਨਹੀਂ ਸੀ, ਦੇਹੀ ਨਹੀਂ ਸੀ, ਤਦੋਂ ਮਨ ਕਿੱਥੇ ਰਹਿੰਦਾ ਸੀ। ਨਾਭ ਕਮਲ ਅਸਤੰਭ ਨ ਹੋਤੋ ਤਾਂ ਪਵਨ ਕਵਨ ਘਰ ਸਹਿਤਾ। ਜਦੋਂ ਨਾਭੀ ਰੂਪ ਕਮਲ ਪਵਨ ਲਈ ਥੰਮ ਰੂਪ ਨਹੀਂ ਸੀ, ਭਾਵ ਉਹਦਾ ਆਸਰਾ ਨਹੀਂ ਸੀ, ਤਾਂ ਪਵਨ ਕਿਸ ਘਰ ਵਿੱਚ ਰਹਿੰਦਾ ਸੀ। ਹੁਣ ਪ੍ਰਸ਼ਨ ਬੜੇ ਡੂੰਘੇ ਕਰ ਰਹੇ ਨੇ, ਕਿਉਂਕਿ ਮਹਾਰਾਜ ਨੇ ਜਵਾਬ ਦਿੱਤਾ ਸੀ ਪਿਛਲੀ ਪੌੜੀ 'ਚ, ਨਾਭ ਪਵਨ ਘਰ ਆਸਣ ਬੈਸੈ ਗੁਰਮੁਖ ਖੋਜਤ ਤਤ ਲਹੈ। ਪਰ ਹੁਣ ਇੱਥੇ ਇਹਨਾਂ ਨੇ ਹੋਰ ਵੀ ਪ੍ਰਸ਼ਨ ਕਰ ਦਿੱਤੇ ਨੇ ਕਿ ਜਦੋਂ ਹਿਰਦਾ ਨਹੀਂ ਸੀ, ਦੇਹੀ ਨਹੀਂ ਸੀ, ਮਨ ਕਿੱਥੇ ਰਹਿੰਦਾ ਸੀ। ਉਸ ਤੋਂ ਵੀ ਅੱਗੇ ਕਹਿੰਦੇ ਜਦੋਂ ਨਾਭੀ ਰੂਪ ਕਮਲ ਪਵਨ ਲਈ ਥੰਮ ਰੂਪ ਨਹੀਂ ਸੀ, ਭਾਵ ਆਸਰਾ ਰੂਪ ਨਹੀਂ ਸੀ, ਤਾਂ ਪਵਨ ਕਿਹੜੇ ਘਰ 'ਚ ਰਹਿੰਦਾ ਸੀ। ਰੂਪ ਨਾ ਹੋਤੋ ਰੇਖ ਨਾ ਕਾਈ ਤਾਂ ਸ਼ਬਦ ਕਹਾਂ ਲਿਵ ਲਾਈ। ਜਦੋਂ ਕੋਈ ਰੂਪ ਨਹੀਂ ਸੀ, ਰੇਖਾ ਨਹੀਂ ਸੀ, ਤਾਂ ਸ਼ਬਦ ਨੇ ਕਿੱਥੇ ਲਿਵ ਲਾਈ ਹੋਈ ਸੀ, ਭਾਵ ਕਿੱਥੇ ਸੀ। ਇਹ ਬੜੇ ਡੂੰਘੇ ਪ੍ਰਸ਼ਨ ਨੇ। ਰਕਤ ਬਿੰਦ ਕੀ ਮੜੀ ਨਾ ਹੋਤੀ ਮਿਤ ਕੀਮਤ ਨਹੀਂ ਪਾਈ। ਜਦੋਂ ਇਹ ਰਕਤ ਅਤੇ ਬਿੰਦ ਗੁਰਬਾਣੀ ਅੰਦਰ ਪੰਗਤੀ ਆਈ ਹੈ, ਮਾਂ ਕੀ ਰਕਤ ਪਿਤਾ ਬਿੰਦ ਧਾਰਾ। ਸਿਆਣੇ ਜੀਵ ਸਮਝ ਲੈਂਦੇ ਨੇ ਕਿ ਮਹਾਰਾਜ ਕੀ ਕਹਿਣਾ ਚਾਹੁੰਦੇ ਨੇ। ਜਦੋਂ ਇਹ ਦੋਨਾਂ ਦੇ ਮਿਲਾਪ ਤੋਂ ਸਰੀਰ ਹੀ ਨਹੀਂ ਸੀ,
ਕੁਛ ਵੀ ਨਹੀਂ ਸੀ। ਤਦੋਂ ਹਰੀ ਦੀ ਮਿੱਤ ਭਾਵ ਮਰਿਆਦਾ ਦਾ ਜਿਹੜਾ ਅੰਦਾਜ਼ਾ ਹੈ, ਉਹਨੂੰ ਕਿਵੇਂ ਅੰਦਾਜ਼ਾ ਲਾਇਆ ਜਾ ਸਕਦਾ? ਇਹ ਅੰਦਾਜ਼ਾ ਕਿਵੇਂ ਲਾਇਆ ਜਾ ਸਕਦਾ? ਕੀਮਤ ਕਿਸੇ ਤੋਂ ਨਹੀਂ ਪਾਈ ਜਾ ਸਕਦੀ ਸੀ। ਵਰਨ ਭੇਖ ਅਸ ਰੂਪ ਨਾ ਜਾਪੀ, ਕਿਉਂ ਕਰ ਜਾਪਸ ਸਾਚਾ। ਜਦੋਂ ਉਸ ਦਾ ਕੋਈ ਰੰਗ ਭੇਖ ਰੂਪ ਹੀ ਪਤਾ ਨਹੀਂ ਸੀ ਲੱਗਦਾ, ਉਹ ਸੱਚਾ ਵਾਹਿਗੁਰੂ ਕਿਸ ਤਰ੍ਹਾਂ ਪਤਾ ਲੱਗਦਾ ਸੀ ਫੇਰ ਉਹਦੇ ਬਾਰੇ? ਨਾਨਕ ਨਾਮ ਰਤੇ ਬੈਰਾਗੀ, ਏਬ ਤਬ ਸਾਚੋ ਸਾਚਾ। ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਉਂਦੇ ਨੇ ਕਿ ਜੋ ਵੈਰਾਗੀ ਨਾਮ ਵਿੱਚ ਰਤੇ ਹਨ, ਉਹਨਾਂ ਨੂੰ ਹੁਣ ਤੇ ਤਦੋਂ ਭਾਵ ਇੱਥੇ ਉੱਥੇ ਲੋਕ ਪਰਲੋਕ ਵਿੱਚ ਸੱਚਾ ਹੀ ਸੱਚਾ ਪਰਮੇਸ਼ਰ ਦਿਸਦਾ ਸੀ। ਇਹਨਾਂ ਹੀ ਪ੍ਰਸ਼ਨਾਂ ਦਾ ਉੱਤਰ ਹੁਣ ਸਤਿਗੁਰੂ ਮਹਾਰਾਜ 67ਵੀਂ ਪੌੜੀ ਵਿੱਚ ਬਖਸ਼ਿਸ਼ ਕਰਦੇ ਨੇ। ਇਹ ਬਹੁਤ ਹੀ ਦਿਲਚਸਪ ਵੀ ਬਣ ਜਾਂਦੀ ਕਥਾ ਕਿ ਦੇਖੋ ਸਤਿਗੁਰੂ ਮਹਾਰਾਜ ਸਾਡੇ ਸੱਚੇ ਪਾਤਸ਼ਾਹ ਕਿੰਨੇ ਮਹਾਨ, ਕਿੰਨੇ ਵੱਡੇ ਨੇ, ਕਿੱਥੇ ਕਿੱਥੇ ਜਾ ਕੇ ਜਿੱਤ ਪ੍ਰਾਪਤ ਕੀਤੀ ਹੈ। ਅੱਜ ਦੇ ਯੁੱਗ ਜੇ ਕੋਈ ਸਾਨੂੰ ਇਹ ਪ੍ਰਸ਼ਨ ਕਰ ਦੇਵੇ ਤਾਂ ਸਾਡੇ ਕੋਲ ਜਵਾਬ ਨਹੀਂ, ਪਰ ਜਦੋਂ ਇਹ ਬਾਣੀ ਦੀ ਵਿਚਾਰ ਸਰਵਣ ਕਰਦੇ ਤਾਂ ਸਾਡੇ ਪਾਸ ਵੀ ਇਹ ਜਵਾਬ ਹਨ। ਸੋ ਜਿਵੇਂ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਸ਼, ਉਹਨਾਂ ਦੇ ਕੋਲ ਕਿਸੇ ਵਿਦਾਂਤੀ ਨੇ ਪ੍ਰਸ਼ਨ ਕੀਤਾ ਸੀ, ਜੋ ਵਿਦਾਂਤ ਦਾ ਗਿਆਤਾ ਸੀ ਕੋਈ, ਤੁਸੀਂ ਕਹਿੰਦੇ ਹੋ ਕਿ ਸ਼ਬਦ ਦੇ ਨਾਲ ਸੁਰਤੀ ਨੂੰ ਟਿਕਾਉਣਾ, ਜੋੜਨਾ, ਪਰ ਸ਼ਬਦ ਤਾਂ ਇੱਕ ਥਾਂ ਨਹੀਂ ਰਹਿੰਦਾ, ਫਿਰ ਸੁਰਤੀ ਨੂੰ ਕਿਵੇਂ ਟਿਕਾਇਆ ਜਾ ਸਕਦਾ? ਕਿਉਂਕਿ ਸ਼ਬਦ ਤਾਂ ਬੋਲ ਦਿੱਤਾ, ਨਿਕਲ ਗਿਆ ਮੂੰਹ ਚੋਂ। ਮਹਾਂਪੁਰਸ਼ਾਂ ਨੇ ਜਵਾਬ ਦਿੱਤਾ ਸੀ ਕਿ ਜਿਵੇਂ ਹੱਥ ਦੇ ਵਿੱਚ ਪਕੜਿਆ ਹੋਇਆ ਕੋਈ ਵੀ ਹਥਿਆਰ ਜਾਂ ਕੋਈ ਰੋੜਾ, ਵੱਟਾ ਹੱਥ ਵਿੱਚੋਂ ਜ਼ੋਰ ਨਾਲ ਆਪਾਂ ਦੂਰ ਤੱਕ ਸੁੱਟ ਦਿੰਦੇ ਹਾਂ, ਮਿੱਥੇ ਹੋਏ ਨਿਸ਼ਾਨੇ ਤੋਂ ਵੀ ਉਹ ਅੱਗੇ ਚਲਿਆ ਜਾਂਦਾ ਹੈ, ਪਰ ਹੱਥ ਉਹਦੇ ਨਾਲ ਨਹੀਂ ਜਾਂਦਾ। ਹੱਥ ਤਾਂ ਉੱਥੇ ਹੀ ਰਹਿ ਜਾਂਦਾ, ਆਪਣਾ ਹੱਥ ਉੱਥੇ ਹੀ ਰਹਿ ਜਾਂਦਾ, ਪਰ ਉਹ ਚੀਜ਼ ਨਿਸ਼ਾਨੇ ਤੇ ਜਾ ਵੱਜਦੀ ਹੈ। ਇਸੇ ਤਰ੍ਹਾਂ ਹੀ ਸ਼ਬਦ ਦੀ ਕੀਤੀ ਹੋਈ ਕਮਾਈ ਦੇ ਨਾਲ ਸੁਰਤੀ ਟਿਕ ਜਾਂਦੀ ਹੈ। ਸੋ ਇਹ ਬਚਨ ਮੈਂ ਪੜ੍ਹਿਆ ਕਿੱਥੇ? ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਦੀ ਜੋ ਪੁਸਤਕ ਹੈ ਨਾ, ਗਿਆਨੀ ਪ੍ਰੀਤਮ ਸਿੰਘ ਜੀ ਨੇ ਜਿਹੜੀ ਪੁਸਤਕ ਮਹਾਂਪੁਰਖਾਂ ਦਾ ਜੀਵਨ ਲਿਖਿਆ ਹੈ, ਸੋ ਉਸ ਪੁਸਤਕ ਦੇ ਵਿੱਚ ਜੋ UK ਦੇ ਵਿੱਚ ਮਹਾਂਪੁਰਖਾਂ ਦੇ ਵਿਦਿਆਰਥੀ ਬਹੁਤ ਸਮੇਂ ਤੋਂ ਸੇਵਾ ਕਰ ਰਹੇ ਨੇ, ਜਿਨ੍ਹਾਂ ਨੇ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਦਾ ਜੀਵਨ ਵੀ ਲਿਖਿਆ ਹੈ। ਸੋ ਉਹ ਪੁਸਤਕ ਪੜ੍ਹ ਕੇ ਉਹਦੇ ਵਿੱਚੋਂ ਇਹ ਬੜੀ ਇੱਕ ਵੱਡੀ ਪ੍ਰਾਪਤੀ ਹੋਈ ਹੈ। ਵਾਕਈ ਪ੍ਰਸ਼ਨ ਬੜਾ ਡੂੰਘਾ ਸੀ। ਇੱਕ ਵਾਰ ਤਾਂ ਦਿਮਾਗ ਮੇਰਾ ਵੀ ਚਕਰਾਇਆ ਕਿ ਕਿੱਡਾ ਡੂੰਘਾ ਪ੍ਰਸ਼ਨ ਹੈ ਕਿ ਸ਼ਬਦ ਤਾਂ ਹਾਂ ਵੀ ਉੱਥੇ ਨਹੀਂ ਰਹਿੰਦਾ, ਬੋਲਣ ਤੋਂ ਬਾਅਦ ਉਹ ਸ਼ਬਦ ਤਾਂ ਧੁਨੀ ਰੂਪ ਵਿੱਚ ਉਹ ਫੈਲ ਜਾਂਦਾ, ਫਿਰ ਸੁਰਤ ਨਾਲ ਇਹਨੂੰ ਕਿਵੇਂ ਟਿਕਾਈਏ? ਤਾਂ ਉਹ ਜਵਾਬ ਸੁਣ ਕੇ ਪਤਾ ਲੱਗਿਆ ਵੀ ਕਮਾਈ ਸ਼ਬਦ ਦੀ ਬਾਰ-ਬਾਰ, ਕਿਉਂਕਿ ਇੱਕ ਵਾਰ ਨਹੀਂ ਨਾ ਵਾਹਿਗੁਰੂ ਕਹਿਣਾ, ਧੁਨੀ ਵਿੱਚ ਧਿਆਨ ਦੇਣਾ, ਵਾਹਿਗੁਰੂ 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 ਵਾਹਿਗੁਰੂ। ਹੁਣ ਤਾਂ ਇੱਕ ਥਾਂ ਟਿਕਿਆ ਹੋਇਆ ਨਾ, ਸੁਰਤੀ ਨੂੰ ਉਹਦੇ ਵਿੱਚ ਟਿਕਾ ਲੈਣਾ, ਉਸ ਕੀਤੀ ਹੋਈ ਕਮਾਈ ਦੇ ਆਧਾਰ 'ਤੇ ਇਹ ਫਿਰ ਮਨ ਟਿਕਦਾ। ਜਿਵੇਂ ਇੱਕ ਰੱਖੀ ਹੋਈ ਇੱਟ ਦੇ ਉੱਤੇ ਛੱਤ ਨਹੀਂ ਪੈ ਜਾਂਦੀ, ਇੱਕ ਉੱਤੇ ਹੋਰ ਉੱਤੇ ਹੋਰ ਉੱਤੇ ਹੋਰ ਉੱਤੇ ਰੱਖਦਿਆਂ ਦੀਵਾਰ ਚਿਣਦਿਆਂ ਚਿਣਦਿਆਂ ਛੱਤ ਤੱਕ ਚਲੀ ਜਾਂਦੀ ਹੈ। ਕਮਾਈ ਕਰਨੀ ਹੈ। ਹੁਣ ਇਹ ਇੰਨੇ ਡੂੰਘੇ ਸਵਾਲ ਕਰ ਦਿੱਤੇ ਨੇ, ਆਓ ਸਾਨੂੰ ਵੀ ਮਾਣ ਹੈ ਸਤਿਗੁਰਾਂ 'ਤੇ ਕਿ ਇੰਨੇ ਸੋਹਣੇ ਜਵਾਬ ਦੇ ਰਹੇ ਨੇ। ਹਿਰਦਾ ਦੇਹ ਨ ਹੋਤੀ ਔਦੂ ਤਉ ਮਨ ਸੁਨ ਰਹਿ ਬੈਰਾਗੀ। ਹੇ ਔਦੂ, ਜਦੋਂ ਨਾ ਹਿਰਦਾ ਸੀ, ਨਾ ਹੀ ਇਹ ਸਰੀਰ ਸੀ, ਤਦੋਂ ਮਨ ਅਫੁਰ ਵਾਹਿਗੁਰੂ ਵਿੱਚ ਬੈਰਾਗੀ ਰੂਪ ਵਿੱਚ ਰਹਿੰਦਾ ਸੀ। ਇਹ ਜਵਾਬ ਤਿੰਨਾਂ ਲੋਕਾਂ ਵਿੱਚ ਸਾਧ ਸੰਗਤ ਜੀ ਕੋਈ ਨਹੀਂ ਦੇ ਸਕਦਾ ਗੁਰੂ ਨਾਨਕ ਦੇਵ ਜੀ ਤੋਂ ਬਿਨਾਂ। ਵੀ ਮਨ ਉਦੋਂ ਕਿੱਥੇ ਰਹਿੰਦਾ ਸੀ ਜਦੋਂ ਇਹ ਸਰੀਰ ਨਹੀਂ ਸੀ, ਦੇਹੀ ਨਹੀਂ ਸੀ, ਇਹ ਹਿਰਦਾ ਨਹੀਂ ਸੀ, ਕੁਛ ਨਹੀਂ ਸੀ, ਇੱਥੇ ਸੁੰਨ ਦਸ਼ਾ ਛਾਈ ਹੋਈ ਸੀ, ਤਾਂ ਮਨ ਕਹਿੰਦੇ ਵਾਹਿਗੁਰੂ ਦੇ ਵਿੱਚ ਬੈਰਾਗੀ ਰੂਪ ਵਿੱਚ ਰਹਿੰਦਾ ਸੀ। ਬੈਰਾਗੀ ਉਹਨੂੰ ਕਹਿੰਦੇ ਜਿਹੜਾ ਮਾਇਆ ਤੋਂ ਪਰੇ ਹੋਣਾ, ਬੈਰਾਗਵਾਨ ਹੋਣਾ, ਕਿਉਂਕਿ ਪਰਮੇਸ਼ਰ ਨੂੰ ਵੀ ਬਾਣੀ ਦੇ ਅੰਦਰ ਬੈਰਾਗੀ ਲਿਖਿਆ ਹੈ। ਜਿਹੜਾ ਬਾਣੀ ਤੋਂ ਇਹ ਸੋਝੀ ਪੈਦਾ ਹੁੰਦੀ ਹੈ ਕਿ ਬੈਰਾਗੀ ਕਿਹਨੂੰ ਕਹਿੰਦੇ ਨੇ? ਬੈਰਾਗ, ਤਿਆਗ। ਨਾਭ ਕਮਲ ਅਸਥੰਭ ਨ ਹੋਤੋ, ਤਾਂ ਨਿਜ ਘਰ ਬਸਤੋ ਪਵਨ ਅਨੁਰਾਗੀ।
ਜਦੋਂ ਨਾਭੀ ਰੂਪ ਕਮਲ ਥੰਮ ਦਾ ਮਤਲਬ ਦਾ ਸਹਾਰਾ ਨਹੀਂ ਸੀ, ਤਾਂ ਪਵਨ ਜੋ ਪ੍ਰਭੂ ਦਾ ਪ੍ਰੇਮੀ ਹੋ ਕੇ ਆਪਣੇ ਨਿਜ ਸਰੂਪ ਵਿੱਚ ਵਸਦਾ ਸੀ। ਪਰਮੇਸ਼ਰ ਦਾ ਪ੍ਰੇਮੀ ਹੋ ਕੇ ਆਪਣੇ ਨਿਜ ਸਰੂਪ ਦੇ ਵਿੱਚ ਉਦੋਂ ਜਿਸ ਤਰ੍ਹਾਂ ਬੀਜ ਦੇ ਵਿੱਚ ਸਾਰਾ ਕੁਝ ਹੀ ਛੁਪ ਜਾਂਦਾ ਹੈ। ਬੀਜ ਬੀਜਣ ਤੋਂ ਅਭਿਆਕ੍ਰਿਤ ਦੀ ਕਿਰਿਆ ਹੋ ਕੇ ਉਹਦੀਆਂ ਜੜ੍ਹਾਂ, ਤਣਾ, ਉਹਦਾ ਛਿਲਕਾ, ਟਾਹਣੀਆਂ, ਪੱਤੇ, ਫੁੱਲ, ਫਲ, ਜਿਵੇਂ ਇਹ 6 ਚੀਜ਼ਾਂ ਬਾਹਰ ਆ ਜਾਂਦੀਆਂ ਨੇ, ਇਸੇ ਤਰ੍ਹਾਂ ਹੀ ਫਿਰ ਉਸ ਦੇ ਵਿੱਚੋਂ ਫਲ ਪਾ ਕੇ ਤੇ ਏਕ ਓਂਕਾਰ, ਉਹ ਫਲ ਦੇ ਵਿੱਚ, ਬੀਜ ਦੇ ਵਿੱਚ ਹੀ ਫਿਰ ਸਭ ਕੁਝ ਸਮਾਇਆ ਹੁੰਦਾ। ਸੋ ਇਸ ਕਰਕੇ ਉਹ ਪਰਮੇਸ਼ਰ ਦੇ ਵਿੱਚ ਸਾਰਾ ਕੁਝ ਛੁਪਿਆ ਹੋਇਆ। ਜਦੋਂ ਪਰਮੇਸ਼ਰ ਜਬ ਆਕਾਰ ਇਹੋ ਕਛ ਨਾ ਦ੍ਰਿਸ਼ਟੇਤਾ, ਪਾਪ ਪੁੰਨ ਤਬ ਕਹਤੇ ਹੋਤਾ, ਸਰਗੁਣ ਨਿਰਗੁਣ ਨਿਰੰਕਾਰ, ਸੁਨ ਸਮਾਧੀ ਆਪ, ਆਪਨ ਕੀਆ ਨਾਨਕ ਆਪੇ ਹੀ ਫਿਰ ਜਾਪ। ਉਦੋਂ ਆਪਣੇ ਨਿਜ ਸਰੂਪ ਵਿੱਚ ਵਸਦਾ ਸੀ। ਇਹ ਰੂਪ ਨਾ ਰੇਖਿਆ ਜਾਤ ਨਾ ਹੋਤੀ, ਤਉ ਅਕੁਲੀਨ ਰਹਿਤਉ ਸ਼ਬਦ ਸੋਸਾਰ। ਜਦੋਂ ਜਗਤ ਦਾ ਕੋਈ ਰੂਪ ਰੇਖ ਨਹੀਂ ਸੀ, ਤਦੋਂ ਉਹ ਸ਼ਬਦ ਤਤ ਰੂਪ ਹੋ ਕੇ ਅਕੁਲੀਨ ਤੋਂ ਭਾਵ, ਅਕੁਲੀਨ ਹੁੰਦਾ ਕੁਲ ਤੋਂ ਰਹਿਤ, ਪ੍ਰਭੂ ਕੁਲ ਤੋਂ ਰਹਿਤ ਵਾਹਿਗੁਰੂ ਵਿੱਚ ਰਹਿੰਦਾ ਸੀ। ਜਦੋਂ ਜਗਤ ਦਾ ਕੋਈ ਰੂਪ ਰੇਖ ਨਹੀਂ ਸੀ, ਤਦੋਂ ਉਹ ਸ਼ਬਦ ਤਤ ਰੂਪ ਹੋ ਕੇ ਜੋ ਕੁਲਾਂ ਤੋਂ ਰਹਿਤ ਵਾਹਿਗੁਰੂ ਹੈ ਉਹਦੇ ਵਿੱਚ ਨਿਵਾਸ ਕਰਦਾ ਸੀ। ਗਾਉਨ ਗਗਨ ਜਬ ਤਬਹਿ ਨਾ ਹੋਤਾ, ਤ੍ਰਿਭਵਨ ਜੋਤ ਆਪੇ ਨਿਰੰਕਾਰ। ਜਦੋਂ ਧਰਤੀ ਤੇ ਆਕਾਸ਼ ਨਹੀਂ ਸੀ, ਤਦੋਂ ਤਿੰਨਾਂ ਲੋਕਾਂ ਦੀ ਜੋਤ ਕੇਵਲ ਪ੍ਰਮਾਤਮਾ ਆਪ ਹੀ ਸੀ। ਗਾਉਨ ਗਗਨ ਜਬ ਤਬਹਿ ਨਾ ਹੋਤਾ, ਤ੍ਰਿਭਵਨ ਜੋਤ ਆਪੇ ਨਿਰੰਕਾਰ। ਕਿਉਂਕਿ ਜਦੋਂ ਤਿੰਨੇ ਭਵਨ ਹੀ ਨਹੀਂ ਸੀ, ਤਾਂ ਤਿੰਨਾਂ ਭਵਨਾਂ ਦੀ ਗੱਲ ਹੀ ਨਹੀਂ ਸੀ। ਸਿਰਫ ਆਪ ਹੀ ਆਪ, ਪ੍ਰਕਾਸ਼ ਹੀ ਪ੍ਰਕਾਸ਼। ਵਰਨ ਭੇਖ ਅਸਰੂਪ, ਸੋ ਏਕੋ ਏਕੋ ਸ਼ਬਦ ਵਿਡਾਣੀ। ਉਹ ਵਾਹਿਗੁਰੂ ਦਾ ਜਿਹੜਾ ਵਰਨ ਤੋਂ ਭਾਵ ਰੰਗ ਰੂਪ ਇੱਕ ਨਹੀਂ ਸੀ, ਅਤੇ ਇੱਕ ਸ਼ਬਦ ਹੀ ਅਚਰਜ ਰੂਪ ਸੀ। ਬਸ ਸ਼ਬਦ ਵਾਹਿਗੁਰੂ ਵਾਹਿਗੁਰੂ ਤੋਂ ਸ਼ਬਦ ਰੂਪ ਬ੍ਰਹਮ ਜੋ ਸੀ ਉਹ ਆਪ ਹੀ ਆਪ ਸੀ, ਆਪੇ ਆਪ ਨਿਰੰਜਨ ਸੋਏ। ਇਹ ਤਾਂ ਬਾਅਦ ਦੇ 'ਚ ਫਿਰ ਆਪੇ ਭਾਂਡੇ ਸਾਜੇ ਨਾ ਆਪੇ ਪੂਰਨ ਦੇ, ਇੱਕ ਨੀ ਦੁੱਧ ਸਮਾਈਆ ਇੱਕ ਚੁੱਲ੍ਹੇ ਰਹਿਣ ਚੜ੍ਹੇ। ਕਿਉਂਕਿ ਵਾਹਿਗੁਰੂ ਲਈ ਤਾਂ ਕਹਿੰਦੇ ਨੇ ਮਹਾਰਾਜ ਗੁਰੂ ਨਾਨਕ ਦੇਵ ਜੀ, ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਅਚਰਜ ਰੂਪ ਆਪ ਹੀ ਸੀ। ਇਹ ਗੱਲ ਨਿਸ਼ਚੈ ਜਾਣੋ ਕਿ ਸੱਚ ਤੋਂ ਬਿਨਾਂ, ਕੀ ਕਹਿੰਦੇ ਹਨ, ਸਾਚ ਬਿਨਾਂ ਸੂਚਾ ਕੋ ਨਾਹੀਂ, ਨਾਨਕ ਅਕਥ ਕਹਾਣੀ। ਕਿ ਸੱਚ ਤੋਂ ਬਿਨਾਂ ਕੋਈ ਮਨੁੱਖ ਸੁੱਚਾ ਪਵਿੱਤਰ ਨਹੀਂ ਹੈ। ਧੰਨ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਨੇ, ਇਹ ਨਾ ਕਥੀ ਜਾ ਸਕਣ ਵਾਲੀ ਕਥਾ ਹੈ, ਇਹਨੂੰ ਸਾਰੇ ਜਾਣੇ ਕਥਨ ਨਹੀਂ ਕਰ ਸਕਦੇ। ਉਦੋਂ ਅੱਗੇ ਜਿੱਥੇ ਮਨੁੱਖ ਦੀ ਬੁੱਧੀ ਜਵਾਬ ਦੇ ਜਾਂਦੀ ਹੈ, ਕਿਉਂਕਿ ਬ੍ਰਹਮ ਤਾਂ ਬਹੁਤ ਵੱਡੇ ਨੇ, ਮਨੁੱਖ ਤਾਂ ਕੁਛ ਵੀ ਨਹੀਂ। ਜਿੱਥੇ ਨਾਨਕ ਕਥਨਾ ਕਰੜਾ ਸਾਰ, ਕਥਨਾ ਕਥੀ ਨ ਆਵੈ ਤੋਟ, ਕਾਥ ਕਾਥ ਕਥੀ ਕੋਟੀ ਕੋਟ ਕੋਟ। ਕਥਨਾ ਕਥੀ ਨ ਆਵੈ ਤੋਟ, ਕਾਥ ਕਾਥ ਕਥੀ ਕੋਟੀ ਕੋਟ ਕੋਟ। ਸਭ ਕਥ ਕਥ ਰਹੀ ਲੁਕਾਈ। ਕਿਉਂਕਿ ਜਿੱਥੇ ਤੱਕ ਬੁੱਧੀ ਹੈ ਉੱਥੇ ਤੱਕ ਹੀ ਸਮਰੱਥਾ ਹੈ, ਉੱਥੇ ਤੱਕ ਹੀ ਆਪਾਂ ਕਹਿ ਸਕਦੇ ਹਾਂ। ਉਸ ਤੋਂ ਬਾਅਦ ਕਈ ਚੀਜ਼ਾਂ ਐਸੀਆਂ ਜਿਹੜੀਆਂ ਫਿਰ ਸ਼ਬਦ ਮੁੱਖ ਦੀ ਬੋਲੀ ਰਾਹੀਂ ਵੀ ਕਥਨ ਨਹੀਂ ਹੁੰਦੀਆਂ। ਅਕਥ ਕਥਾ ਜਾ ਕੀ ਬਾਤ ਸੁਣੀ, ਉਹ ਅਕਥ ਕਥਾ 'ਚ ਚਲਿਆ ਜਾਂਦਾ, ਜਿੱਥੇ ਜਾ ਕੇ ਜੀਵ ਆਨੰਦਮਈ ਅਵਸਥਾ 'ਚ ਪਹੁੰਚ ਜਾਂਦਾ। ਸੋ 66ਵੀਂ ਪੌੜੀ 'ਚ ਸਾਰੇ ਪ੍ਰਸ਼ਨ ਹੀ ਸਨ। ਕੇਵਲ ਆਖਰੀ ਪੰਕਤੀ 'ਚ ਨਾਮ ਰਤੇ ਬੈਰਾਗੀ ਦੀ ਦਸ਼ਾ ਵਰਣਨ ਕੀਤੀ ਮਹਾਰਾਜ ਨੇ। ਬਾਕੀ 67ਵੀਂ ਪੌੜੀ 'ਚ ਫਿਰ ਸਤਿਗੁਰੂ ਮਹਾਰਾਜ ਨੇ ਦੇਖੋ ਸਾਰੇ ਜਵਾਬ ਦੇ ਦਿੱਤੇ ਨੇ। ਹੁਣ ਅੱਗੇ 68ਵੀਂ ਪੌੜੀ ਵਿੱਚ ਕਿਰਪਾ ਕਰ ਰਹੇ ਨੇ। ਕਿਤ ਕਿਤ ਬਿਦ ਜਗ ਉਪਜੈ ਪੁਰਖਾ, ਕਿਤ ਕਿਤ ਦੁੱਖ ਬਿਨ ਸਜਾਈ। ਜਦੋਂ ਹੁਣ ਪ੍ਰਸ਼ਨਾਂ ਦਾ ਬਿਲਕੁਲ ਅੰਤ ਹੋ ਗਿਆ ਕਿ ਜਦੋਂ ਇਹ ਕੁਛ ਵੀ ਨਹੀਂ ਸੀ, ਇੱਥੇ ਕੁਛ ਵੀ ਨਹੀਂ ਸੀ, ਤਾਂ ਹੁਣ ਦੁਬਾਰਾ ਉਹਨਾਂ ਪ੍ਰਸ਼ਨਾਂ ਨੂੰ ਆਉਣ ਸ਼ੁਰੂ ਕਰਦੇ ਨੇ ਕਿ ਫਿਰ ਇਹ ਦੱਸੋ ਵੀ ਇਹ ਜੱਗ ਕਿਵੇਂ ਪੈਦਾ ਹੁੰਦਾ ਹੈ, ਕਿਵੇਂ ਨਾਸ ਹੁੰਦਾ ਹੈ। ਕਹਿਣ ਲੱਗੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ, ਹੇ ਪੁਰਖਾ, ਇਹ ਜਗਤ ਕਿਸ ਵਿਧੀ ਨਾਲ ਪੈਦਾ ਹੁੰਦਾ ਅਤੇ ਕਿਸ ਤਰ੍ਹਾਂ ਦੁੱਖ ਵਿੱਚ ਪੈ ਕੇ ਨਾਸ ਹੁੰਦਾ। ਹਉਮੈ ਵਿੱਚ ਜਗ ਉਪਜੈ ਪੁਰਖਾ,
ਨਾਮ ਵਿਸਰਿਆ ਦੁੱਖ ਪਾਏ। ਇਹ ਪੁਰਖ ਜਗਤ ਹਉਮੈ ਵਿੱਚ ਪੈਦਾ ਹੁੰਦਾ। ਹੁਣ ਜਵਾਬ ਦਿੰਦੇ ਨੇ, ਅਤੇ ਨਾਮ ਵਿਸਰਨ ਨਾਲ ਦੁੱਖ ਪਾਉਂਦਾ, ਨਾਸ ਹੋ ਜਾਂਦਾ। ਕਿਉਂਕਿ ਹਉਮੈ ਜਦੋਂ ਹੋ ਜਾਂਦੀ ਹੈ ਉਹ ਜਗਤ ਪੈਦਾ ਹੁੰਦਾ। ਇਹ ਇੱਕ ਉਹਨਾਂ ਦੀ ਖੇਡ ਹੈ ਵਾਹਿਗੁਰੂ ਜੀ ਦੀ, ਜਿਹਨੂੰ ਸਮਝਣ ਲਈ ਫਿਰ ਇਸ ਫੀਲਡ ਵਿੱਚ ਆਉਣਾ ਪੈਂਦਾ, ਇੱਥੇ ਪ੍ਰਵੇਸ਼ ਹੋਣਾ ਪੈਂਦਾ। ਇਹਦੇ ਵਿੱਚ ਉਹ ਫਿਰ ਮਿਹਨਤਾਂ ਕਰਨੀਆਂ ਪੈਂਦੀਆਂ, ਹੌਲੀ ਹੌਲੀ ਪਤਾ ਲੱਗਦਾ। ਇਹ ਲੀਲਾ ਹੈ ਇੱਕ ਉਹਨਾਂ ਦੀ, ਜਿਹੜੀ ਆਮ ਬੰਦੇ ਦੀ ਸਮਝ ਵਿੱਚ ਨਹੀਂ ਪੈਂਦੀ। ਔਰ ਜੇ ਕੋਈ ਕਹੇ ਕਿ ਮੈਨੂੰ ਇਹ ਦੱਸੋ, ਛੇਤੀ ਸਮਝਾਓ, ਇਹ ਛੇਤੀ ਕੀਤਿਆਂ ਸਮਝਾਇਆ ਵੀ ਨਹੀਂ ਜਾ ਸਕਦਾ। ਜਿਹੜਾ ਨਰਸਰੀ ਕਲਾਸ ਦਾ ਬੱਚਾ, ਉਹਨੂੰ ਐਮਏ ਦਾ ਸਵਾਲ ਕਹੀਏ, ਉਹ ਕਹੇ ਮੈਨੂੰ ਆਹ ਦੱਸੋ, ਨਹੀਂ ਦੱਸ ਸਕਦੇ ਤੈਨੂੰ, ਤੂੰ ਹਲੇ ਬੱਚਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਅਸਲ ਵਿੱਚ ਨਾਮ ਨੂੰ ਵਿਸਾਰਨੇ ਕਰਕੇ ਹੀ ਜੀਵ ਦੁੱਖ ਪਾਉਂਦਾ। ਗੁਰਮੁਖ ਹੋਵੈ ਸੋ ਗਿਆਨ ਤਤ ਵਿਚਾਰੈ, ਹਉਮੈ ਸ਼ਬਦ ਜਲਾਏ। ਜਿਹੜਾ ਗੁਰੂ ਸਾਹਿਬ ਦੇ ਅਨੁਸਾਰ ਹੀ ਗੁਰਮੁਖ ਹੁੰਦਾ ਨਾ, ਉਹ ਤਤ ਗਿਆਨ ਨੂੰ ਵਿਚਾਰਦਾ ਹੈ ਅਤੇ ਸਤਿਗੁਰੂ ਦੇ ਸ਼ਬਦ ਦੁਆਰਾ ਹਉਮੈ ਨੂੰ ਸਾੜ ਦਿੰਦਾ। ਸ਼ਬਦ ਹੀ ਹੈ ਜਿਹੜਾ ਹਉਮੈ ਨੂੰ ਸਾੜਦਾ। ਸ਼ਬਦ ਕਰਕੇ ਹਉਮੈ ਅੰਦਰੋਂ ਹੌਲੀ ਹੌਲੀ ਵਾਹਿਗੁਰੂ ਵਾਹਿਗੁਰੂ ਜਪਦਿਆਂ ਦੂਰ ਹੋ ਜਾਂਦੀ ਹੈ। ਤਨ ਮਨ ਨਿਰਮਲ ਨਿਰਮਲ ਬਾਣੀ, ਸਾਚੈ ਰਹਿ ਸਮਾਏ। ਉਹਦਾ ਤਨ ਮਨ ਪਵਿੱਤਰ ਹੋ ਜਾਂਦਾ, ਉਹਦੀ ਬਾਣੀ ਵੀ ਨਿਰਮਲ ਹੋ ਜਾਂਦੀ ਹੈ ਅਤੇ ਉਹ ਸੱਚੇ ਵਾਹਿਗੁਰੂ ਵਿੱਚ ਸਮਾਇਆ ਰਹਿੰਦਾ। ਨਾਮੇ ਨਾਮ ਰਹਿ ਬੈਰਾਗੀ, ਸਾਚ ਰੱਖਿਆ ਉਰ ਧਾਰੇ। ਉਹ ਨਿਰੋਲ ਇੱਕ ਨਾਮ ਵਿੱਚ ਹੀ ਜੁੜਿਆ ਹੋਇਆ ਬੈਰਾਗੀ ਹੈ ਅਤੇ ਉਹ ਆਪਣੇ ਹਿਰਦੇ ਵਿੱਚ ਸੱਚ ਤੋਂ ਭਾਵ ਸੱਚ ਪਰਮੇਸ਼ਰ ਨੂੰ ਟਿਕਾਈ ਰੱਖਦਾ। ਨਾਮੇ ਨਾਮ ਰਹਿ ਬੈਰਾਗੀ। ਨਾਮ ਤੋਂ ਬਿਨਾਂ ਹੋਰ ਕਿਸੇ ਚੀਜ਼ ਨੂੰ ਨਹੀਂ ਜਪਦਾ, ਨਾ ਧਿਆਉਂਦਾ, ਕੇਵਲ ਮਾਇਆ ਦਾ ਤਿਆਗ ਦਿਲੋਂ। ਵੈਸੇ ਤਾਂ ਸਰੀਰ ਵੀ ਮਾਇਆ ਹੈ, ਕਹੋ ਕਬੀਰ ਜਿਸ ਉਦਰ ਤਿਸ ਮਾਇਆ। ਰਹਿੰਦੇ ਆਪਾਂ ਮਾਇਆ ਵਿੱਚ ਹੀ, ਸਰੀਰ ਵੀ ਮਾਇਆ ਹੈ, ਆ ਸਾਰਾ ਆਕਾਰ ਮਾਇਆ ਹੀ ਹੈ, ਸਭ ਕੁਛ ਮਾਇਆ ਹੈ। ਇੱਕ ਹਿਰਦੇ ਦੇ ਅੰਦਰ ਸਿਰਫ ਮਾਇਆ ਤੋਂ ਨਿਰਲੇਪ ਹੋ ਕੇ, ਬੈਰਾਗਵਾਨ ਹੋ ਕੇ ਕਿ ਇਹ ਸੰਸਾਰ ਦਾ ਤਿਆਗ ਕਰ ਦੇਣਾ, ਇੱਥੇ ਮੈਂ ਪੱਕਾ ਨਹੀਂ ਰਹਿਣ ਵਾਲਾ, ਇਹ ਮਾਇਆ ਝੂਠੀ ਹੈ, ਇਉਂ ਮਨ ਦੇ ਅੰਦਰ ਵਿਚਾਰ ਵਸਾ ਕੇ ਬੈਰਾਗੀ ਬਣ ਕੇ ਆਪਣੇ ਚਿੱਤ ਦੇ ਵਿੱਚ ਨਾਮ ਨੂੰ ਵਸਾ ਕੇ ਬਾਹਰਲੀ ਕਿਰਿਆ ਦੁਨਿਆਵੀ ਹੀ ਕਰਦੇ ਨੇ। ਲੋਗਨ ਸਿਓ ਮੇਰਾ ਠਾਠਾ ਬਾਗਾ, ਬਾਹਰੋਂ ਦੇਖਣ ਨੂੰ ਲੱਗਦੇ ਨੇ। ਦੀਸਾ ਸਭ ਮੈਂ ਸਭ ਤੇ ਰਹਤੇ। ਬ੍ਰਹਮ ਗਿਆਨੀ ਜਾਂ ਰੱਬ ਦੇ ਪਿਆਰੇ ਨਾਮ ਰਸੀਏ ਰਹਿੰਦੇ ਤਾਂ ਆਪਣੇ ਵਿੱਚ ਹੀ ਐਂ ਦੀਂਦੇ ਨੇ, ਕੰਮਕਾਰ ਕਰਦੇ ਹੁੰਦੇ ਨੇ। ਐਂ ਤਾਂ ਨਹੀਂ ਪਤਾ ਲੱਗਦਾ ਇਹ ਕੌਣ ਹੈ, ਕਿਵੇਂ ਹੈ, ਅਵਸਥਾ ਦਾ ਗਿਆਨ ਨਹੀਂ ਹੁੰਦਾ ਕਿਸੇ ਨੂੰ। ਦੀਸਾ ਸਭ ਮੈਂ ਸਭ ਤੇ ਰਹਤੇ, ਪਾਰ ਬ੍ਰਹਮ ਕਾ ਹੋਏ ਧਿਆਨ ਧਰਤੇ। ਬਸ ਇੰਨਾ ਕਹਿ ਵੀ ਦੁਨਿਆਵੀ ਬੰਦੇ ਦਾ ਧਿਆਨ ਸਿਰਫ ਮਾਇਆ 'ਚ ਹੁੰਦਾ, ਰੱਬ ਦੇ ਪਿਆਰਿਆਂ ਦਾ ਧਿਆਨ ਪਰਮੇਸ਼ਰ ਵਿੱਚ ਜੁੜਿਆ ਰਹਿੰਦਾ। ਵਾਹਿਗੁਰੂ ਵਾਹਿਗੁਰੂ। ਹਮੇਸ਼ਾ ਉਹ ਸੱਚ ਨੂੰ ਆਪਣੇ ਹਿਰਦੇ ਦੇ ਅੰਦਰ ਟਿਕਾ ਕੇ ਰੱਖੀ ਬੈਠੇ ਰਹਿੰਦੇ ਨੇ। ਸੰਸਾਰ ਦੇ ਜੀਵ ਮਾਇਆ ਦਾ ਧਿਆਨ ਕਰਦੇ ਨੇ, ਪਰਮੇਸ਼ਰ ਦੇ ਪਿਆਰੇ ਪਰਮੇਸ਼ਰ ਦਾ ਧਿਆਨ ਕਰਦੇ ਨੇ। ਨਾਨਕ ਬਿਨ ਨਾਵੈ ਜੋਗ ਕਦੇ ਨਾ ਹੋਵੈ, ਦੇਖੋ ਹਿਰਦੈ ਵਿਚਾਰੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਫਰਮਾਉਂਦੇ ਨੇ ਕਿ ਨਾਮ ਤੋਂ ਬਿਨਾਂ ਕਦੇ ਵੀ ਵਾਹਿਗੁਰੂ ਦਾ ਮਿਲਾਪ ਨਹੀਂ ਹੁੰਦਾ। ਇਹ ਸਾਰਿਆਂ ਨਾਲੋਂ ਯਥਾਰਥ ਗੱਲ ਹੈ। ਬੇਸ਼ੱਕ ਆਪਣੇ ਮਨ ਦੇ ਅੰਦਰ ਕੋਈ ਵਿਚਾਰ ਕਰਕੇ ਦੇਖ ਲਓ ਕਿ ਨਾਮ ਜਪੇ ਤੋਂ ਬਿਨਾਂ ਨਾਮੀ ਦੀ ਪ੍ਰਾਪਤੀ ਨਹੀਂ ਹੋ ਸਕਦੀ ਕਦੇ ਵੀ। ਜੇ ਪਰਮੇਸ਼ਰ ਦੀ ਪ੍ਰਾਪਤੀ ਕਰਨੀ ਹੈ ਤਾਂ ਸਾਨੂੰ ਕਹਿੰਦੇ ਨੇ ਨਾਮ ਜਪਣਾ ਹੀ ਪਵੇਗਾ। ਪਰ ਸਤਿਗੁਰੂ ਮਹਾਰਾਜ ਕਹਿੰਦੇ ਨੇ ਹੁਣ ਇਹ ਵਿਚਾਰ ਕੋਈ ਕੋਈ ਕਰਦਾ, ਸਾਰੇ ਜੀਵ ਇਹ ਵਿਚਾਰ ਨਹੀਂ ਕਰਦੇ। ਗੁਰਮੁਖ ਸਾਚ ਸ਼ਬਦ ਵਿਚਾਰੈ ਕੋਏ। ਕੋਈ ਵਿਰਲਾ ਹੀ ਗੁਰਮੁਖ ਹੈ ਜਿਹੜਾ ਸੱਚ ਰੂਪ ਸ਼ਬਦ ਨੂੰ ਵਿਚਾਰਦਾ ਹੈ, ਸਾਰੇ ਨਹੀਂ ਵਿਚਾਰਦੇ। ਗੁਰਮੁਖ ਸੱਚ ਬਾਣੀ ਪ੍ਰਗਟ ਹੋਏ। ਗੁਰੂ ਸਾਹਿਬ ਦੀ ਬਾਣੀ ਰਾਹੀਂ ਸੱਚਾ ਵਾਹਿਗੁਰੂ ਉਹਦੇ ਹਿਰਦੇ 'ਚ ਪ੍ਰਗਟ ਹੋ ਜਾਂਦਾ ਹੈ ਗੁਰੂ ਸਾਹਿਬ ਦੀ ਕਿਰਪਾ ਦਾ ਸਦਕਾ। ਗੁਰਮੁਖ ਮਨ ਭੀਜੈ ਵਿਰਲਾ ਬੂਝੈ ਕੋਏ। ਗੁਰਮੁਖ ਦਾ ਮਨ ਸੱਚੇ ਨਾਮ ਵਿੱਚ ਭਿੱਜ ਜਾਂਦਾ ਹੈ, ਚੰਗੀ ਤਰ੍ਹਾਂ ਰਚ ਮਿਚ ਜਾਂਦਾ ਹੈ, ਪਰ ਇਹ ਗੱਲ ਨੂੰ ਵੀ ਕੋਈ ਵਿਰਲਾ ਹੀ ਸਮਝਦਾ। ਗੁਰਮੁਖ ਨਿਜ ਘਰ ਵਾਸਾ ਹੋਏ। ਹੁਣ ਸਤਿਗੁਰੂ ਜੀ ਅਨੁਸਾਰ ਹੀ ਜੀਵ ਦਾ ਆਪਣੇ ਸਰੂਪ ਵਿੱਚ ਵਾਸਾ ਹੋਇਆ ਰਹਿੰਦਾ। ਆਪਣੇ ਮੁੱਖ ਚੀਜ਼ ਆ ਆਪਣੇ ਸਰੂਪ ਦੇ ਅੰਦਰ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ ਤੱਕ ਜਾਣਾ। ਇਹਦੇ ਵੱਲ ਬਿਰਤੀ ਬਣਦੀ ਵੀ ਨਹੀਂ, ਆਮ ਜੀਵਾਂ ਦੀ ਬਿਰਤੀ ਇੱਥੋਂ ਤੱਕ ਜਾਂਦੀ ਵੀ ਨਹੀਂ।
ਇਹ ਤਾਂ ਕੋਈ ਕਰਮਾਂ ਵਾਲਾ, ਭਾਗਾਂ ਵਾਲਾ, ਸ੍ਰੇਸ਼ਟ ਕਰਮਾਂ ਵਾਲਾ ਇਸ ਪਾਸੇ ਨੂੰ ਯਤਨ ਕਰਦਾ ਹੈ ਕਿ ਮੈਂ ਆਪਣੇ ਅਸਲੀ ਸਰੂਪ ਤੱਕ ਅੰਦਰ ਪਹੁੰਚ ਜਾਵਾਂ। ਮੈਂ ਕੀ ਹਾਂ? ਜਦੋਂ ਇਹ ਗੱਲ ਦੀ ਵਿਚਾਰ ਕਰ ਲਈ, ਮੈਂ ਕੀ ਹਾਂ? ਮੈਂ ਆਤਮਾ ਹਾਂ ਅਤੇ ਆਤਮਾ ਹੀ ਪਰਮਾਤਮਾ ਹੈ। ਜਦੋਂ ਇਹਦਾ ਅਭਿਆਸ ਕਰਦਾ ਰਹਿੰਦਾ ਹੈ, ਸੋ ਹੰ, ਸੋ ਉਹ ਜੋ ਪਰਮਾਤਮਾ ਹੰ ਮੈਂ ਹਾਂ, ਇਹ ਬੜੀ ਡੂੰਘੀ ਗਾਹਾਂ ਬ੍ਰਹਮ ਗਿਆਨ ਦੇ ਬਚਨ ਨੇ। ਵਾਹਿਗੁਰੂ ਵਾਹਿਗੁਰੂ ਕਰਦਿਆਂ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ, ਆਪਾ ਪਰ ਕਾ ਮਿਟ ਗਿਆ, ਜਤ ਦੇਖਾਂ ਤਤ ਤੂੰ। ਮਹਾਰਾਜ ਕਹਿੰਦੇ ਗੁਰਮੁਖ ਨਿਜ ਘਰ ਵਾਸਾ ਹੋਏ। ਨਿਜ ਸਰੂਪ ਵਿੱਚ ਵਾਸਾ ਹੁੰਦਾ, ਇਹੀ ਮਿਹਨਤ ਕਰਨੀ ਹੈ। ਗੁਰਮੁਖ ਜੋਗੀ ਜੁਗਤ ਪਛਾਣੈ। ਗੁਰਮੁਖ ਜੋਗੀ ਜਿਹੜੇ ਨਾ ਪ੍ਰਭੂ ਮਿਲਾਪ ਦੀ ਜੁਗਤੀ ਨੂੰ ਪਛਾਣ ਲੈਂਦੇ ਨੇ। ਉਹ ਪਛਾਣ ਲੈਂਦੇ ਨੇ ਕਿ ਪਰਮੇਸ਼ਰ ਦੀ ਪ੍ਰਾਪਤੀ, ਜੁੜਨ ਦੀ ਪ੍ਰਾਪਤੀ ਜਿਹੜੀ ਆ ਨਾ, ਜੋਗ ਦੀ ਜੁਗਤੀ ਅਸਲੀ ਕੀ ਹੈ? ਸ਼ਬਦ ਦੁਆਰਾ ਸੁਰਤੀ ਨੂੰ ਮਿਲਾਪ ਕਰਵਾ ਕੇ ਆਪਣੇ ਸਰੂਪ ਦੀ ਪਹਿਚਾਣ ਕਰਕੇ ਆਪਣੇ ਸਰੂਪ ਤੱਕ ਜਾਣਾ। ਗੁਰਮੁਖ ਨਾਨਕ ਏਕੋ ਜਾਣੈ। ਧੰਨ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਕਿ ਗੁਰਮੁਖ ਇੱਕੋ ਵਾਹਿਗੁਰੂ ਨੂੰ ਜਾਣਦਾ ਹੈ, ਭਾਵ ਉਹਦੇ ਨਾਲ ਸਦੀਵੀ ਸਾਂਝ ਬਣਾਈ ਰੱਖਦਾ, ਵਾਹਿਗੁਰੂ ਨਾਲ ਸਾਂਝ ਬਣਦੀ ਸ਼ਬਦ ਨਾਲ। ਸ਼ਬਦ ਅਤੇ ਸੁਰਤ, ਜਿੰਨਾ ਚਿਰ ਆਪਾਂ ਕਥਾ ਸੁਣਦੇ ਹਾਂ, ਕੀਰਤਨ ਸੁਣਦੇ ਹਾਂ, ਸਾਡੀ ਤਾਰ ਜੁੜੀ ਰਹਿੰਦੀ ਹੈ ਤਾਂ ਸਾਂਝ ਬਣੀ ਰਹਿੰਦੀ ਹੈ। ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ। ਕਥਾ ਸੁਣਦਿਆਂ, ਕੀਰਤਨ ਸੁਣਦਿਆਂ, ਬਾਣੀ ਸੁਣਦਿਆਂ, ਪਾਠ ਸੁਣਦਿਆਂ ਸਾਡਾ ਧਿਆਨ ਜੁੜਿਆ ਰਹਿੰਦਾ। ਜਦੋਂ ਇਹੀ ਧਿਆਨ ਟੁੱਟ ਕੇ ਮਾਇਆ ਵੱਲ ਚਲਿਆ ਜਾਂਦਾ ਤਾਂ ਸਾਡੀ ਸਾਂਝ ਟੁੱਟ ਜਾਂਦੀ ਹੈ। ਪਰ ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਇਹ ਸਾਰਾ ਕੁਝ ਸਤਿਗੁਰੂ ਦੀ ਸੇਵਾ ਨਾਲ ਹੁੰਦਾ। ਜੇ ਸਤਿਗੁਰੂ ਦੀ ਸੇਵਾ ਕਰੇ, ਸਤਿਗੁਰੂ ਦੀ ਪ੍ਰਸੰਨਤਾ ਲਵੇ ਤਾਂ ਉਹ ਜੀਵ ਸਿਰੇ ਲੱਗਦਾ। ਜਿਵੇਂ ਆਪ ਜੀ ਹੁਣ ਫਰਮਾਉਂਦੇ 70ਵੀਂ ਪੌੜੀ 'ਚ, ਬਿਨ ਸਤਿਗੁਰ ਸੇਵੇ ਜੋਗ ਨਾ ਹੋਈ। ਸਤਿਗੁਰੂ ਦੀ ਸੇਵਾ ਤੋਂ ਬਿਨਾਂ ਜੋਗ ਭਾਵ ਵਾਹਿਗੁਰੂ ਨਾਲ ਮਿਲਾਪ ਨਹੀਂ ਹੁੰਦਾ। ਜਿੰਨਾ ਮਰਜ਼ੀ ਕੋਈ ਜ਼ੋਰ ਲਾਵੇ, ਪਹਿਲਾਂ ਤਾਂ ਗੁਰੂ ਨੂੰ ਧਾਰਨਾ, ਫਿਰ ਗੁਰੂ ਸਾਹਿਬ ਦੀ ਸੇਵਾ ਕਰਨੀ, ਫਿਰ ਗੁਰੂ ਸਾਹਿਬ ਦੇ ਬਚਨ ਕਮਾਉਣੇ, ਗੁਰੂ ਕੇ ਦੱਸੇ ਹੋਏ ਮਰਿਆਦਾ ਅੰਦਰ ਚੱਲਣਾ। ਇਸ ਤਰ੍ਹਾਂ ਸਤਿਗੁਰੂ ਕਹਿੰਦੇ ਜਦੋਂ ਮਰਿਆਦਾ ਨੂੰ ਕਮਾਉਂਦਾ ਤਾਂ ਉਹਦੀ ਗੁਰੂ ਸਾਹਿਬ ਦੀ ਕਿਰਪਾ ਨਾਲ ਫੇਰ ਸ਼ਬਦ ਵੱਲ ਬਿਰਤੀ ਜੁੜਦੀ ਹੈ। ਕਿਉਂਕਿ ਮਲ, ਵਿਖੇਪ ਤੇ ਅਵਰਨ ਇਹ ਤਿੰਨ ਮੈਲਾਂ ਨੇ। ਸਤਿਗੁਰੂ ਮਹਾਰਾਜ ਪਹਿਲਾਂ ਦੇਖਦੇ ਕਿ ਮਲ, ਮੋਟੀ ਮੋਟੀ ਮੈਲ ਜਿਹੜੀ ਆ ਉਹ ਸੇਵਾ ਦੇ ਨਾਲ ਉਤਾਰਦੇ ਨੇ। ਫਿਰ ਵਿਖੇਪਤਾ ਹੁੰਦੀ, ਨਾਨਾਪੁਣਾ ਜਿਹੜਾ ਮਨ ਦੇ ਅੰਦਰ, ਉਹ ਸਤਿਗੁਰੂ ਮਹਾਰਾਜ ਫਿਰ ਕਥਾ ਦੇ ਰਾਹੀਂ, ਕੀਰਤਨ ਦੇ ਰਾਹੀਂ ਉਤਾਰਦੇ ਨੇ। ਫਿਰ ਵਿਖੇਪਤਾ ਜਿਹੜੀ ਆਉਂਦੀ ਹੈ, ਉਹ ਵਿਖੇਪਤਾ ਜਿਹੜੀ ਆ ਮਲ, ਵਿਖੇਪ ਤੇ ਅਵਰਨ। ਫਿਰ ਅਵਰਨ ਜਿਹੜਾ ਪੜਦਾ ਪਿਆ ਹੁੰਦਾ ਦਿਮਾਗ ਤੇ, ਬੁੱਧੀ ਤੇ, ਮਾਇਆ ਦਾ, ਉਹ ਗਿਆਨ ਦੁਆਰਾ ਉਤਾਰਦੇ। ਜੇ 100 ਚੰਦਾ ਉਗਵੈ ਸੂਰਜ ਚੜ੍ਹੈ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਫਿਰ ਜਾ ਕੇ ਸੇਵਾ ਕਰਕੇ, ਗੁਰੂ ਵਾਲੇ ਬਣ ਕੇ, ਮਿਹਨਤ ਮੁਸ਼ੱਕਤ ਕਰਕੇ ਜਾ ਕੇ ਕਿਤੇ ਪ੍ਰਾਪਤੀ ਹੁੰਦੀ ਹੈ। ਕਿਉਂਕਿ ਬਿਨ ਸਤਿਗੁਰ ਭੇਟੇ ਮੁਕਤ ਨਾ ਕੋਈ। ਸਤਿਗੁਰੂ ਦੇ ਮਿਲਾਪ ਤੋਂ ਬਿਨਾਂ ਕੋਈ ਜੀਵ ਮੁਕਤ ਨਹੀਂ ਹੋ ਸਕਦਾ। ਬੰਧਨ ਮੁਕਤ ਸਤਿਗੁਰੂ ਨੇ ਹੀ ਕਰਨਾ ਹੈ। ਕਿਉਂਕਿ ਸਤਿਗੁਰੂ ਤੋਂ ਬਾਅਦ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਤੋਂ ਪਹਿਲਾਂ ਹੋਰ ਖੱਬੇ ਸੱਜੇ ਉੱਪਰ ਥੱਲੇ ਕੋਈ ਨਹੀਂ। ਇੱਕ ਪਰਮੇਸ਼ਰ, ਇੱਕ ਸਤਿਗੁਰੂ। ਕਰਤੇ ਕੀ ਮਿਤ ਕਰਤਾ ਜਾਣੈ, ਕਹਿ ਜਾਣੈ ਗੁਰਸੂਰਾ। ਗੁਰਦੇਵ ਸਤਿਗੁਰੂ ਪਾਰ ਬ੍ਰਹਮ ਪਰਮੇਸ਼ਰ ਗੁਰਦੇਵ ਨਾਨਕ ਹਰਿ ਨਮਸਕਾਰਾ। ਹੁਣ ਨਾਮ ਦੀ ਪ੍ਰਾਪਤੀ ਜਿਹੜੀ ਆ ਇਹ ਕਿਤੋਂ ਹੋਰ ਨਹੀਂ, ਸਤਿਗੁਰੂ ਤੋਂ ਬਿਨਾਂ ਹੋ ਸਕਦੀ। ਸਤਿਗੁਰੂ ਜੀ ਨਾਮ ਦੀ ਦਾਤ ਬਖਸ਼ਿਸ਼ ਕਰਦੇ ਨੇ। ਬਿਨ ਸਤਿਗੁਰ ਭੇਟੇ ਨਾਮ ਪਾਇਆ ਨਾ ਜਾਏ। ਸਤਿਗੁਰੂ ਦੇ ਮਿਲੇ ਤੋਂ ਬਿਨਾਂ ਵਾਹਿਗੁਰੂ ਦਾ ਜਿਹੜਾ ਨਾਮ ਹੈ ਨਾ, ਉਹ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਇਹ ਵੀ ਇੱਕ ਬਖਸ਼ਿਸ਼ ਹੁੰਦੀ ਹੈ। ਕਈ ਪੁੱਛਦੇ ਨਾਮ ਕੀ ਹੈ? ਨਾਮ ਜਿਹੜਾ ਹੈ ਇਹ ਸਤਿਗੁਰੂ ਦੀ ਕਿਰਪਾ ਦੁਆਰਾ ਇੱਕ ਨਾਮ ਦਾ ਕਿਣਕਾ ਪ੍ਰਾਪਤ ਹੁੰਦਾ ਅਸਲੀ ਰੂਪ ਵਿੱਚ। ਇੱਕ ਅੱਖਰੀ ਕਹਿਣਾ ਵਾਹਿਗੁਰੂ ਵਾਹਿਗੁਰੂ, ਇੱਕ ਪ੍ਰਾਪਤੀ ਹੋਣੀ ਵਾਹਿਗੁਰੂ ਦੀ। ਇੱਕ ਮੂੰਹ ਨਾਲ ਕਹਿਣਾ ਪਾਣੀ ਪਾਣੀ, ਇੱਕ ਪਾਣੀ ਦਾ ਮਿਲਾਪ ਹੋਣਾ, ਪਾਣੀ ਪੀਣਾ। ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਨਾਮ ਦਾ ਕਿਣਕਾ ਸਤਿਗੁਰੂ ਜਦੋਂ ਬਖਸ਼ਿਸ਼ ਕਰਦੇ ਕਿ ਇਹਦੇ ਹਿਰਦੇ 'ਚ ਨਾਮ ਟਿਕਾ ਦਿੰਦੇ ਨੇ। ਕਿਣਕਾ ਏਕ ਜਿਸ ਜੀਵ ਬਸਾਵੈ, ਤਾਂ ਕਿ ਮਹਿਮਾ ਗਨੀ ਨਾ ਆਵੈ। ਸਾਰਾ ਬ੍ਰਹਿਮੰਡ ਨਾਮ ਦੇ ਆਸਰੇ ਹੀ ਖੜਾ, ਨਾਮ ਨਹੀਂ ਬਣਾਇਆ। ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ। ਇਹ ਸਾਰੀਆਂ ਚੀਜ਼ਾਂ ਨਾਮ ਨਹੀਂ ਤਾਂ ਬਣਾਈਆਂ ਨੇ। ਸਤਿਗੁਰੂ ਜੀ ਤੋਂ ਬਿਨਾਂ ਨਾਮ ਦੀ ਦਾਤ ਮਿਲਦੀ ਨਹੀਂ। ਬਿਨ ਸਤਿਗੁਰ ਭੇਟੇ ਮਹਾਂ ਦੁੱਖ ਪਾਏ। ਸਤਿਗੁਰੂ ਜੀ ਦੇ ਮਿਲਾਪ ਤੋਂ ਬਿਨਾਂ ਨਾ ਜੀਵ ਬਹੁਤ ਹੀ ਦੁੱਖ ਪਾਉਂਦਾ, ਬਹੁਤ ਹੀ ਦੁੱਖ ਪਾਉਂਦਾ।
ਕਿਉਂਕਿ ਇਹ ਆਪਣੇ ਆਪ ਜਦੋਂ ਸਿਆਣਾ ਬਣ ਜਾਂਦਾ ਕਿ ਮੈਂ ਬਹੁਤ ਸਿਆਣਾ, ਮੈਨੂੰ ਸਾਰਾ ਗਿਆਨ ਹੈ, ਇਹੀ ਚੀਜ਼ ਸਾਨੂੰ ਮਾਰਦੀ ਕਿ ਮੈਨੂੰ ਗਿਆਨ ਹੈ, ਮੈਂ ਬਹੁਤ ਵਿਦਵਾਨ ਹਾਂ ਜਾਂ ਮੈਨੂੰ ਬੜੀ ਸਿਆਣਪ ਹੈ। ਮਹਾਰਾਜ ਜੀ ਕਹਿੰਦੇ ਨੇ ਇਹ ਜਿਹੜਾ ਗਿਆਨ ਹੈ ਨਾ, ਇਹ ਜੀਵ ਦਾ ਅਸਲ ਵਿੱਚ ਗਿਆਨ ਨਹੀਂ, ਅਗਿਆਨ ਹੈ। ਜਦੋਂ ਸਤਿਗੁਰੂ ਨੂੰ ਆਪਣਾ ਆਸਰਾ ਮੰਨ ਕੇ ਚੱਲ ਪਵੇ ਕਿ ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਤਾਈਓ ਚੌਥੇ ਪਾਤਸ਼ਾਹ ਮਹਾਰਾਜ ਨੇ ਬਚਨ ਕੀਤਾ ਕਿ ਹਮ ਅੰਧਲੇ ਅੰਧ ਬਿਖੈ ਬਿਖਰਾਤੇ, ਕਿਉਂ ਚੱਲ ਹੈ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖ ਦਾਤਾ, ਹਮ ਲਾਵੈ ਆਪਨ ਪਾਲੀ, ਗੁਰ ਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਤਾਈਓ ਜੀਵ ਦੁੱਖ ਪਾਉਂਦਾ ਜਦੋਂ ਤੱਕ ਸਤਿਗੁਰੂ ਧਾਰਨ ਨਹੀਂ ਕਰਦਾ। ਬਿਨ ਸਤਿਗੁਰ ਭੇਟੇ ਮਹਾ ਗਰਭ ਗੁਬਾਰ, ਸਤਿਗੁਰੂ ਦੇ ਮਿਲੇ ਤੋਂ ਬਿਨਾਂ ਜੀਵ ਦੇ ਅੰਦਰ ਇਤਨਾ ਹੰਕਾਰ ਤੇ ਵੱਡੇ ਘੁੱਪ ਹਨੇਰੇ ਵਿੱਚ ਹੀ ਰਹਿੰਦਾ ਕਿ ਮੈਂ ਹੀ ਹਾਂ, ਮੇਰੀ ਬੁੱਧੀ, ਮੇਰਾ ਸਰੀਰ, ਮੇਰੀ ਦੌਲਤ, ਮੇਰੀ ਵਿੱਦਿਆ, ਮੇਰੀ ਸਿਆਣਪ, ਇੱਥੇ ਕੁ ਤੱਕ ਹੀ ਜੀਵ ਸੀਮਤ ਰਹਿੰਦਾ। ਪਰ ਸਤਿਗੁਰੂ ਨੂੰ ਮਿਲੇ ਤੋਂ ਪਤਾ ਲੱਗਦਾ ਕਿ ਗਿਆਨ ਕੀ ਹੈ। ਨਾਨਕ ਬਿਨ ਗੁਰ ਮੋਆ ਜਨਮ ਹਾਰ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਉਂਦੇ, ਇਹ ਸਿੱਧੋ ਗੁਰੂ ਦੇ ਮਿਲੇ ਤੋਂ ਬਿਨਾਂ ਇਹ ਜੀਵ ਜਿਹੜਾ ਨਾ ਮਨੁੱਖਾ ਜਨਮ ਨੂੰ ਹਾਰ ਕੇ ਹੀ ਚਲਿਆ ਜਾਂਦਾ ਸੰਸਾਰ ਸਾਗਰ ਤੋਂ। ਇਹ ਜੀਵ ਸੰਸਾਰ ਸਾਗਰ ਤੋਂ ਮਨੁੱਖਾ ਜਨਮ ਦੀ ਬਾਜੀ ਨੂੰ ਹਾਰ ਕੇ ਚਲਿਆ ਜਾਂਦਾ, ਕਿਉਂਕਿ ਫੇਰ ਦੁਬਾਰਾ 84 ਦੇ ਗੇੜੇ ਵਿੱਚ ਹੀ ਪਹੁੰਚ ਜਾਂਦਾ। ਪਰ ਜਦੋਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਹੋ ਜਾਂਦੀ ਹੈ ਤਾਂ ਇਹ ਜਿਹੜਾ ਜੀਵ ਹੈ ਫੇਰ ਸਤਿਗੁਰੂ ਮਹਾਰਾਜ ਦੀ ਬਖਸ਼ਿਸ਼ ਦਾ ਸਦਕਾ ਅਕਾਲ ਪੁਰਖ ਦੇ ਵਿੱਚ ਲੀਨ ਹੋ ਜਾਂਦਾ। ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉ ਪਾਣੀ ਸੰਗ ਪਾਣੀ। ਪਾਣੀ ਵਿੱਚ ਜਿਵੇਂ ਪਾਣੀ ਮਿਲ ਜਾਂਦਾ ਨਾ, ਇਸ ਤਰ੍ਹਾਂ ਇਹ ਜਿਹੜਾ ਜੀਵ ਹੈ ਇਹ ਲੀਨ ਹੋ ਜਾਂਦਾ ਵਾਹਿਗੁਰੂ ਦੇ ਵਿੱਚ, ਕਿਉਂਕਿ ਇਹ ਸਾਰੀ ਵਿਚਾਰ ਹੈ ਕਿ ਜਿਸ ਤਰ੍ਹਾਂ 21ਵੀਂ ਪੌੜੀ ਵਿੱਚ ਸਿੱਧਾ ਨੇ ਪ੍ਰਸ਼ਨ ਕੀਤਾ ਸੀ ਕਿ ਆਦਿ ਕਉ ਕਵਨ ਵਿਚਾਰ ਕਥੀਅਲੇ, ਭਾਵ ਸੰਸਾਰ ਦੇ ਆਦਿ ਦੀ ਗੱਲ ਪੁੱਛੀ ਸੀ। ਹੁਣ ਕਿਤ ਕਿਤ ਬਿਦ ਜਗ ਉਪਜੈ ਪੁਰਖਾ, ਦੋਵੇਂ ਮਿਲਦੇ ਜੁਲਦੇ ਪ੍ਰਸ਼ਨ ਕੀਤੇ ਨੇ। ਹੁਣ ਇਹ 68ਵੀਂ ਪੌੜੀ ਵਿੱਚ ਆ ਕੇ ਹਉਮੈ ਵਿੱਚ ਜਗ ਉਪਜੈ ਪੁਰਖਾ, ਨਾਮ ਵਿਸਰਿਆ ਦੁੱਖ ਪਾਈ। ਕਿਉਂਕਿ ਜਗਤ ਹਉਮੈ ਵਿੱਚ ਪੈਦਾ ਹੁੰਦਾ, ਕਿਉਂਕਿ ਮਾਂ ਦੇ ਦੁੱਧ ਤੋਂ ਜੋ ਪਿਆਰ ਲੱਗਾ ਉਹ ਵੱਧਦਾ ਗਿਆ। ਪਿਓ, ਭੈਣਾਂ, ਭਰਾ, ਭਾਈ, ਪਹਿਲਾ ਪਿਆਰ ਲੱਗਾ ਥਣ ਦੁੱਧ, ਦੂਜਾ ਮਾਏ ਬਾਪ ਕੀ ਸੁੱਧ, ਤੀਜਾ ਭਈਆ ਭਾਬੀ ਬੇਵ, ਚੌਥਾ ਪਿਆਰ ਉਹ ਪੰਨੀ ਖੇਡ, ਪੰਜਵਾਂ ਖਾਣ ਪੀਣ ਕੀ ਧਾਤ, ਛੇਵਾਂ ਕਾਮ ਨਾ ਪੁੱਛਿਆ ਜਾਤ, ਅੱਗੇ ਅੱਗੇ ਵੱਧਦਾ ਗਿਆ। ਸਾਰੇ ਕੁਟੰਬ ਤੇ ਮਿੱਤਰਾਂ ਨਾਲ ਸਾਂਝ ਪੈ ਗਈ, ਮਹਿਲ ਮਾੜੀਆਂ ਉਸਰ ਗਈਆਂ, ਇੰਨਾ ਮੋਹ ਵੱਧ ਗਿਆ ਕਿ ਉਹਨੇ ਹਉਮੈ ਦਾ ਰੂਪ ਧਾਰਨ ਕਰ ਲਿਆ। ਤਾਈਓ ਗੁਰੂ ਨਾਨਕ ਦੇਵ ਜੀ ਨੇ ਬਚਨ ਕੀਤਾ ਨਾ, ਹਉ ਵਿੱਚ ਆਇਆ, ਹਉ ਵਿੱਚ ਗਿਆ, ਹਉ ਵਿੱਚ ਜੰਮਿਆ, ਹਉ ਵਿੱਚ ਮੁਆ, ਹਉ ਵਿੱਚ ਦਿੱਤਾ, ਹਉ ਵਿੱਚ ਲਿਆ, ਹਉ ਵਿੱਚ ਖੱਟਿਆ, ਹਉ ਵਿੱਚ ਗਿਆ। ਸਾਰਾ ਸ਼ਲੋਕ ਹੀ ਪੜ੍ਹ ਕੇ ਵੇਖੋ ਕਿ ਹਉਮੈ ਕਰ ਕਰ ਜੰਤ ਤੋਂ ਪਾਇਆ, ਹਉਮੈ ਬੂਝੈ ਤਾਂ ਦਰ ਸੂਝੈ, ਗਿਆਨ ਵਿਹੂਣਾ ਕਥ ਕਥ ਲੂਝੈ। ਸੋ ਇਸ ਕਰਕੇ ਜਿਨ੍ਹਾਂ ਨੂੰ ਨਾਮ ਦੀ ਦਾਤ ਪ੍ਰਾਪਤ ਹੋ ਜਾਂਦੀ ਹੈ ਉਹ ਨਾਮ ਦੁਆਰਾ ਹਉਮੈ ਨੂੰ ਸਾੜ ਦਿੰਦੇ ਨੇ, ਉਹਨਾਂ ਵਿੱਚ ਸੱਚੇ ਵਾਹਿਗੁਰੂ ਦਾ ਵਾਸਾ ਹੋ ਜਾਂਦਾ। ਮਹਾਰਾਜ ਨੇ ਅਗਲੀ ਫਿਰ ਪੌੜੀ ਦੱਸਿਆ ਕਿ ਕੋਈ ਵਿਰਲਾ ਹੀ ਗੁਰਮੁਖ ਸ਼ਬਦ ਦੀ ਵਿਚਾਰ ਤੇ ਸਿਮਰਨ ਕਰਦਾ, ਉਹਦੇ ਅੰਦਰ ਗੁਪਤੀ ਬਾਣੀ ਪ੍ਰਗਟ ਹੋ ਜਾਂਦੀ ਹੈ। ਉਸ ਤੋਂ ਅੱਗੇ ਫਿਰ ਮਹਾਰਾਜ ਨੇ ਬਚਨ ਕੀਤਾ, ਗੁਰਮੁਖ ਮਨ ਜੀਤਾ ਹਉਮੈ ਮਾਰ, ਭਾਵ ਅਸਲੀ ਜੋਗੀ ਉਹ ਹੈ ਜੋ ਗੁਰੂ ਸਾਹਿਬ ਦੇ ਹੁਕਮ ਵਿੱਚ ਚੱਲਦਾ, ਆਪਣੇ ਮਨ ਨੂੰ ਜਿੱਤਦਾ, ਹਉਮੈ ਨੂੰ ਮਾਰ ਲੈਂਦਾ, ਹਉਮੈ ਨਿਵਰਤੀ ਕਰਦਾ। ਇਹੀ ਔਖਾ ਹੈ, ਕਿਉਂਕਿ ਹਉਮੈ ਮਾਰ ਲਈ ਤਾਂ ਆਪਾਂ ਨਿਮਰਤਾ 'ਚ ਆ ਗਏ, ਕਿਉਂਕਿ ਸਭ ਤੋਂ ਵੱਧ ਨਿਮਰਤਾ ਪਰਮਾਤਮਾ ਵਿੱਚ, ਗੁਰੂ ਸਾਹਿਬਾਂ ਦੇ ਵਿੱਚ, ਤੇ ਨਿਮਰਤਾ ਹੀ ਉਹਨਾਂ ਨੇ ਸਿਖਾਉਣੀ ਹੈ। ਮਹਾਰਾਜ ਕਹਿੰਦੇ ਨਿਮਰਤਾ ਨਾਲ ਹੀ ਮੇਰੇ ਤੱਕ ਪਹੁੰਚਿਆ ਜਾ ਸਕਦਾ। ਆਈਓ ਮਹਾਰਾਜ ਨੇ ਸ੍ਰੀ ਜਪਜੀ ਸਾਹਿਬ ਦੇ ਬਚਨ ਕੀਤਾ ਨਾ ਕਿ ਮਨ ਜੀਤੈ ਜਗ ਜੀਤ। ਸੋ ਸਤਿਗੁਰੂ ਦੀ ਕਿਰਪਾ ਨਾਲ ਹੀ ਮਨੁੱਖ ਗੁਰਮੁਖ ਬਣ ਸਕਦਾ। ਗੁਰਮੁਖ ਦੀਆਂ ਨਿਸ਼ਾਨੀਆਂ ਜੋ ਭਾਈ ਮਨੀ ਸਿੰਘ ਨੇ ਲਿਖੀਆਂ ਉਹ ਸਧਾਰਨ ਤੋਂ ਸਧਾਰਨ ਸਿੱਖ ਨੂੰ ਵੀ ਸਮਝ ਆ ਜਾਂਦੀਆਂ। ਜਿਵੇਂ ਫਰਮਾਉਂਦੇ ਨੇ ਜੋ ਗੁਰਮੁਖਾਂ ਦੀਆਂ ਰਹਿਤਾਂ ਸ਼ਬਦ ਵਿੱਚ ਲਿਖੀਆਂ ਹੋਈਆਂ ਨੇ ਨਾ ਕਿ ਸੱਚ ਬੋਲਣਾ, ਅਰ ਸੀਲ ਰੱਖਣਾ, ਅਰ ਨਾਮ ਜਪਣਾ, ਅਰ ਵੰਡ ਖਾਣਾ, ਅਰ ਥੋੜ੍ਹੇ ਬਹੁਤ ਤੇ ਸੰਤੋਖ ਕਰਨਾ, ਅਰ ਦੁੱਖ ਸੁੱਖ ਵਿੱਚ ਸਮਾਨ ਰਹਿਣਾ, ਅਰ ਹਰ ਕਿਸੇ ਦਾ ਆਦਰ ਕਰਨਾ, ਅਰ ਮਹਾਂਪੁਰਖਾਂ ਅੱਗੇ ਨਿਵ ਚੱਲਣਾ, ਅਰ ਆਪਣਾ ਆਦਰ ਨਾ ਚਾਹਣਾ, ਅਰ ਸਭਨਾਂ ਵਿੱਚ ਵਾਹਿਗੁਰੂ ਦਾ ਰੂਪ ਜਾਣਨਾ, ਅਰ ਵਾਹਿਗੁਰੂ ਦਾ ਸਿੱਖ ਜਾਣਨਾ, ਅਤੇ ਕਿਸੇ ਨਾਲ ਵੈਰ ਵਿਰੋਧ ਨਾ ਕਰਨਾ। ਸੋ ਇਤਿਆਦਿਕ ਇਹ ਗੁਣ ਤਾਂ ਬਹੁਤੇਰੇ ਲਿਖੇ ਨੇ, ਪਰ ਜੇ ਇਹਨਾਂ ਗੁਣਾਂ ਵਿੱਚੋਂ ਥੋੜ੍ਹੇ ਵੀ ਕਿਸੇ ਵਿੱਚ ਹੋਣ ਨਾ ਤਾਂ ਉਹ ਗੁਰਮੁਖ ਹੈ, ਔਰ ਜਿਨ੍ਹਾਂ ਵਿੱਚ ਬਹੁਤ ਹੈ ਸੋ ਗੁਰਮੁਖ ਤਰ ਹੈ, ਔਰ ਜਿਨ੍ਹਾਂ 'ਚ ਸਾਰੇ ਗੁਣ ਹਨ ਸੋ ਗੁਰਮੁਖ ਤਮ ਹੈ। ਪਰ ਸ਼ਬਦ ਕਰਕੇ ਗੁਰਮੁਖ ਪਛਾਣਿਆ ਜਾਂਦਾ। ਇਸ ਕਰਕੇ
ਤਰ ਤੀਬਰ ਤਰ ਤਮ ਬੈਰਾਗ ਹੋਣਾ ਚਾਹੀਦਾ ਮਨ ਦੇ ਅੰਦਰ, ਤਾਂ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਫੇਰ ਇਹ ਜੀਵ ਦੀ ਕਲਿਆਣ ਹੁੰਦੀ ਹੈ। ਇਉਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ 70 ਪੌੜੀਆਂ ਤੱਕ ਆਪਾਂ ਨੂੰ ਪਾਵਨ ਪਵਿੱਤਰ ਉਪਦੇਸ਼ ਦੀ ਦਾਤ ਬਖਸ਼ਿਸ਼ ਕੀਤੀ ਹੈ। 71 72 73 ਕੁੱਲ 3 ਪੌੜੀਆਂ ਜੋ ਅੱਗੇ ਕੱਲ ਸਰਵਣ ਕਰਾਂਗੇ, ਸਤਿਗੁਰੂ ਮਹਾਰਾਜ ਕਿਰਪਾ ਕਰਨਗੇ ਸੋ ਵਿਚਾਰ ਸਤਿਗੁਰੂ ਦੇ ਕੇ ਫਿਰ ਸਮਾਪਤੀ ਕਰਨਗੇ ਇਸ ਬਾਣੀ ਦੀ। ਬਹੁਤ ਹੀ ਉੱਤਮ ਸਤਿਗੁਰੂ ਮਹਾਰਾਜ ਨੇ ਇਹ ਦਾਤ ਬਖਸ਼ਿਸ਼ ਕੀਤੀ ਸਿੱਧ ਗੋਸ਼ਟ ਦੀ। ਸਤਿਗੁਰੂ ਮਹਾਰਾਜ ਨੇ ਸਾਰਿਆਂ ਨਾਲੋਂ ਸ਼੍ਰੋਮਣੀ ਗੱਲ ਜੋ ਵਚਨ ਕੀਤਾ ਕਿ ਗੁਰੂ ਵਾਲਾ ਬਣ ਕੇ, ਗੁਰੂ ਦੀ ਸੇਵਾ ਕਰਕੇ, ਗੁਰੂ ਤੋਂ ਨਾਮ ਦੀ ਦਾਤ ਲੈ ਕੇ ਜਪ ਕੇ ਫਿਰ ਜਿਹੜਾ ਅਸਲ ਨਾਮ ਦਾ ਕਿਣਕਾ ਹੈ, ਜੋ ਪ੍ਰਕਾਸ਼ ਰੂਪ ਹੈ, ਫਿਰ ਉਹਦੀ ਪ੍ਰਾਪਤੀ ਸਤਿਗੁਰੂ ਮਹਾਰਾਜ ਤੋਂ ਕਰੀਏ। ਉਹ ਤਾਈਓ ਹੋ ਸਕਦਾ ਹੈ ਕਿ ਮਿਲ ਸੰਗਤ ਗੁਣ ਪ੍ਰਗਾਸ, ਜਿਹੜੇ ਸੰਗਤ ਵਿੱਚ ਬਹਿ ਕੇ ਨਾਮ ਜਪਦੇ ਨੇ ਉਹਨਾਂ ਨੂੰ ਸਤਿਗੁਰੂ ਮਹਾਰਾਜ ਦੀ ਬਖਸ਼ਿਸ਼ ਦਾ ਸਦਕਾ ਪ੍ਰਕਾਸ਼ ਹੋ ਜਾਂਦਾ ਹੈ। ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ